150 ਸਾਲਾਂ ਬਾਅਦ ਵੀ ਇਸ ਦੀ ਅਸਲ ਕਹਾਣੀ ਕੀ ਸੀ? ਇਹ ਸਵਾਲ ਅੱਜ ਵੀ ਉਨਾ ਹੀ ਗਰਮ ਹੈ ਜਿੰਨਾ ਉਦੋਂ ਸੀ। ਤਾਂ ਚਲੋ ਅੱਜ ਆਪਾਂ ਇਸ ਘਟਨਾ ਦੀਆਂ ਵੱਖ-ਵੱਖ ਪਰਤਾਂ ਨੂੰ ਫਰੋਲਦੇ ਹਾਂ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਉਂ ਇਸ ਦੀ ਕੋਈ ਇੱਕ ਕਹਾਣੀ ਨਹੀਂ ਹੈ। ਦੇਖੋ, ਇਸ ਘਟਨਾ ਨੂੰ ਸਮਝਣ ਦੀ ਸ਼ੁਰੂਆਤ ਤਾਂ ਇਸ ਦੇ ਨਾਵਾਂ ਤੋਂ ਹੀ ਹੋ ਜਾਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਦਾ ਕੋਈ ਇੱਕ ਸਰਵਸੰਮਤੀ ਵਾਲਾ ਨਾਮ ਹੀ ਨਹੀਂ ਹੈ। ਅੰਗਰੇਜ਼ ਇਸ ਨੂੰ ਕਹਿੰਦੇ ਨੇ ਇੰਡੀਅਨ ਮਿਊਟਨੀ, ਯਾਨੀ ਕਿ ਭਾਰਤੀ ਸਿਪਾਹੀਆਂ ਦਾ ਗਦਰ। ਦੂਜੇ ਪਾਸੇ ਭਾਰਤੀ ਰਾਸ਼ਟਰਵਾਦੀ ਇਸ ਨੂੰ ਆਜ਼ਾਦੀ ਦੀ ਪਹਿਲੀ ਜੰਗ ਦਾ ਦਰਜਾ ਦਿੰਦੇ ਨੇ। ਨਾਵਾਂ ਦਾ ਇਹੀ ਫਰਕ ਸਾਨੂੰ ਦੋ ਬਿਲਕੁਲ ਵੱਖਰੀਆਂ ਕਹਾਣੀਆਂ ਵੱਲ ਲੈ ਜਾਂਦਾ ਹੈ। ਤਾਂ ਫਿਰ ਚਲੋ ਖੋਲਦੇ ਹਾਂ ਇਹਨਾਂ ਦੋਵਾਂ ਕਹਾਣੀਆਂ ਨੂੰ ਤੇ ਦੇਖਦੇ ਹਾਂ ਕਿ ਇੱਕੋ ਘਟਨਾ ਨੂੰ ਦੋ ਬਿਲਕੁਲ ਵੱਖਰੇ ਨਜ਼ਰੀਏ ਨਾਲ ਕਿਵੇਂ ਦੇਖਿਆ ਗਿਆ ਹੈ। ਇਹ ਹੈ ਰਵਾਇਤੀ ਬ੍ਰਿਟਿਸ਼ ਦ੍ਰਿਸ਼ਟੀਕੋਣ। ਉਹਨਾਂ ਦੇ ਮੁਤਾਬਿਕ ਇਹ ਕੋਈ ਵੱਡੀ ਦੇਸ਼ਭਗਤੀ ਦੀ ਲੜਾਈ ਨਹੀਂ ਸੀ। ਬਸ ਕੁਝ ਸਿਪਾਹੀ ਸੀ ਜਿਨ੍ਹਾਂ ਨੂੰ ਚਰਬੀ ਵਾਲੇ ਕਾਰਤੂਸਾਂ ਤੋਂ ਧਾਰਮਿਕ ਸਮੱਸਿਆ ਸੀ ਤੇ ਉਹਨਾਂ ਨੇ ਬਗਾਵਤ ਕਰ ਦਿੱਤੀ। ਗੱਲ ਖਤਮ। ਯਾਨੀ ਕਿ ਬਸਤੀਵਾਦੀ ਬਿਰਤਾਂਤ ਦੇ ਮੁੱਖ ਤਰਕ ਇਹ ਸੀ ਕਿ ਸਾਰਾ ਝਗੜਾ ਚਰਬੀ ਵਾਲੇ ਕਾਰਤੂਸਾਂ ਦਾ ਸੀ। ਇਸ ਪਿੱਛੇ ਕੋਈ ਸਿਆਸੀ ਮਕਸਦ ਨਹੀਂ ਸੀ ਤੇ ਨਾ ਹੀ ਆਮ ਲੋਕਾਂ ਦਾ ਕੋਈ ਸਮਰਥਨ ਸੀ। ਇੱਕ ਅਫਸਰ ਸਰ ਜੇਮਸ ਆਊਟਰਮ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਇੱਕ ਮੁਹੰਮਡਨ ਸਾਜ਼ਿਸ਼ ਸੀ। ਇਸ ਤਰ੍ਹਾਂ ਉਹਨਾਂ ਨੇ ਇਸ ਨੂੰ ਇੱਕ ਛੋਟੇ ਜਿਹੇ ਸਵਾਰਥੀ ਗਦਰ ਵਜੋਂ ਪੇਸ਼ ਕੀਤਾ। ਪਰ ਕਹਾਣੀ ਦਾ ਸਿੱਕਾ ਹਮੇਸ਼ਾ ਇੱਕ ਪਾਸੇ ਨਹੀਂ ਹੁੰਦਾ ਹੈ ਨਾ। ਇਸ ਦਾ ਦੂਜਾ ਪੱਖ ਪੇਸ਼ ਕੀਤਾ ਵੀਡੀ ਸਾਵਰਕਰ ਵਰਗੇ ਭਾਰਤੀ ਰਾਸ਼ਟਰਵਾਦੀਆਂ ਨੇ। ਉਹਨਾਂ ਲਈ ਇਹ ਕੋਈ ਮਾਮੂਲੀ ਗਦਰ ਨਹੀਂ ਸੀ, ਸਗੋਂ ਆਜ਼ਾਦੀ ਲਈ ਇੱਕ ਸੋਚੀ ਸਮਝੀ, ਸੰਗਠਿਤ ਅਤੇ ਬਹਾਦਰੀ ਭਰੀ ਜੰਗ ਸੀ। ਪਰ ਅਸਲੀਅਤ ਕਦੇ ਵੀ ਐਨੀ ਸਿੱਧੀ ਸਾਦੀ ਹੁੰਦੀ ਹੈ? ਕੀ ਇਹ ਸਿਰਫ ਦੋ ਵਿਕਲਪਾਂ, ਗਦਰ ਜਾਂ ਆਜ਼ਾਦੀ ਦੀ ਜੰਗ ਵਿੱਚੋਂ ਇੱਕ ਸੀ? ਸ਼ਾਇਦ ਨਹੀਂ। ਅਸਲ ਕਹਾਣੀ ਇਹਨਾਂ ਦੋਵਾਂ ਤੋਂ ਕਿਤੇ ਵੱਧ ਗੁੰਝਲਦਾਰ ਤੇ ਡੂੰਘੀ ਹੈ। ਇਸ ਵਿਦਰੋਹ ਦੀਆਂ ਅਸਲ ਜੜ੍ਹਾਂ ਨੂੰ ਸਮਝਣ ਲਈ ਸਾਨੂੰ ਉਹਨਾਂ ਡੂੰਘੀਆਂ ਆਰਥਿਕ ਸ਼ਿਕਾਇਤਾਂ ਨੂੰ ਦੇਖਣਾ ਪਵੇਗਾ ਜੋ ਪਿਛਲੇ 100 ਸਾਲਾਂ ਤੋਂ ਭਾਰਤੀਆਂ ਦੇ ਦਿਲਾਂ ਵਿੱਚ ਪਲ ਰਹੀਆਂ ਸਨ। ਇਹ ਇੱਕ ਅਜਿਹਾ ਪਹਿਲੂ ਹੈ ਜਿਸ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਦੇਖੋ, 1857 ਦਾ ਵਿਦਰੋਹ ਕੋਈ ਇੱਕ ਦਿਨ ਦੀ ਗੱਲ ਨਹੀਂ ਸੀ। ਇਹ ਪੂਰੇ 100 ਸਾਲਾਂ ਦਾ ਹਿਸਾਬ-ਕਿਤਾਬ ਸੀ। 1757 ਵਿੱਚ ਪਲਾਸੀ ਦੀ ਲੜਾਈ ਤੋਂ ਲੈ ਕੇ 1857 ਤੱਕ ਬ੍ਰਿਟਿਸ਼ ਰਾਜ ਨੇ ਆਪਣੀਆਂ ਆਰਥਿਕ ਨੀਤੀਆਂ ਨਾਲ ਭਾਰਤ ਦੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ ਸੀ। ਇਹ ਸ਼ੋਸ਼ਣ 3 ਪੜਾਵਾਂ ਵਿੱਚ ਹੋਇਆ। ਪਹਿਲਾਂ 1757 ਤੋਂ 1813 ਤੱਕ ਉਹਨਾਂ ਨੇ ਸਿੱਧੀ ਲੁੱਟ-ਖਸੁੱਟ ਕੀਤੀ ਤੇ ਭਾਰਤ ਦਾ ਪੈਸਾ ਇੰਗਲੈਂਡ ਭੇਜਿਆ। ਫਿਰ 1813 ਤੋਂ ਬਾਅਦ ਉਹਨਾਂ ਨੇ ਭਾਰਤ ਨੂੰ ਕੱਚਾ ਮਾਲ ਉਗਾਉਣ ਤੇ ਆਪਣਾ ਤਿਆਰ ਮਾਲ ਵੇਚਣ ਵਾਲੀ ਮੰਡੀ ਬਣਾ ਦਿੱਤਾ ਤੇ ਆਖਰ ਵਿੱਚ ਬੈਂਕਾਂ ਤੇ ਕੰਪਨੀਆਂ ਰਾਹੀਂ ਪੂਰਾ ਵਿੱਤੀ ਕੰਟਰੋਲ ਕਰ ਲਿਆ। ਇਹ ਇੱਕ ਲੰਬੀ ਤੇ ਸੋਚੀ ਸਮਝੀ ਯੋਜਨਾ ਸੀ। ਹੁਣ ਦੇਖੋ ਇਸ ਸਭ ਦਾ ਅਸਰ ਕੀ ਹੋਇਆ। ਭਾਰਤ ਦੇ ਮਸ਼ਹੂਰ ਉਦਯੋਗ ਤਬਾਹ ਹੋ ਗਏ। ਕਿਸਾਨਾਂ ਦੀ ਭਾਰੀ ਟੈਕਸਾਂ ਨੇ ਕਮਰ ਤੋੜ ਦਿੱਤੀ। ਦਾਦਾ ਭਾਈ ਨੌਰੋਜੀ ਦੇ ਹਿਸਾਬ ਨਾਲ ਦੇਸ਼ ਦੀ 1/3 ਕਮਾਈ ਇੰਗਲੈਂਡ ਜਾ ਰਹੀ ਸੀ। ਨਤੀਜਾ, ਖੇਤੀਬਾੜੀ ਰੁਕ ਗਈ ਤੇ ਵਾਰ-ਵਾਰ ਭਿਆਨਕ ਅਕਾਲ ਪੈਣ ਲੱਗੇ। ਇਸ ਸਭ ਨੇ ਲੋਕਾਂ ਦੇ ਅੰਦਰ ਗੁੱਸੇ ਦੀ ਅੱਗ ਭੜਕਾ ਦਿੱਤੀ ਸੀ। ਹੁਣ ਵੱਡੀ ਆਰਥਿਕ ਤਸਵੀਰ ਤੋਂ ਹਟ ਕੇ ਇੱਕ ਬੰਦੇ ਦੀ ਕਹਾਣੀ ਤੇ ਆਉਂਦੇ ਹਾਂ। ਇੱਕ ਇਹੋ ਜਿਹਾ ਨਾਂ ਜਿਸ ਨੂੰ ਇਸ ਵਿਦਰੋਹ ਦੀ ਪਹਿਲੀ ਚੰਗਿਆੜੀ ਕਿਹਾ ਜਾਂਦਾ ਹੈ, ਮੰਗਲ ਪਾਂਡੇ। ਪਰ ਉਸ ਦੀ ਕਹਾਣੀ ਵੀ ਵਿਵਾਦਾਂ ਨਾਲ ਘਿਰੀ ਹੋਈ ਹੈ। ਤਾਂ ਕੌਣ ਸੀ ਮੰਗਲ ਪਾਂਡੇ? ਇੱਕ ਨਸ਼ੇ ਵਿੱਚ ਧੁੱਤ ਧਾਰਮਿਕ ਕੱਟੜਪੰਥੀ ਜਿਸ ਨੇ ਬਸ ਗੁੱਸੇ ਵਿੱਚ ਗੋਲੀ ਚਲਾ ਦਿੱਤੀ, ਜਾਂ ਫਿਰ ਇੱਕ ਸੋਚ ਸਮਝ ਕੇ ਕੰਮ ਕਰਨ ਵਾਲਾ ਕ੍ਰਾਂਤੀਕਾਰੀ ਜਿਸ ਨੇ ਆਜ਼ਾਦੀ ਦੀ ਲੜਾਈ ਦਾ ਬਿਗਲ ਵਜਾਇਆ? ਇਹੀ ਸਵਾਲ ਇਸ ਪੂਰੀ ਘਟਨਾ ਦੇ ਦਿਲ ਵਿੱਚ ਹੈ। ਤਾਂ 29 ਮਾਰਚ 1857 ਦੀ ਸ਼ਾਮ ਨੂੰ ਹੋਇਆ ਕੀ ਸੀ? ਮੰਗਲ ਪਾਂਡੇ ਪਰੇਡ ਗਰਾਊਂਡ ਵਿੱਚ ਆਇਆ ਤੇ ਆਪਣੇ ਸਾਥੀ ਸਿਪਾਹੀਆਂ ਨੂੰ ਧਰਮ ਦੇ ਨਾਂ ਤੇ ਬਗਾਵਤ ਲਈ ਉਕਸਾਉਣ ਲੱਗਾ। ਉਸਨੇ 2 ਬ੍ਰਿਟਿਸ਼ ਅਫਸਰਾਂ ਤੇ ਹਮਲਾ ਕੀਤਾ। ਜਦੋਂ ਉਸ ਨੂੰ ਘੇਰ ਲਿਆ ਗਿਆ ਤਾਂ ਉਸਨੇ ਖੁਦ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਕੁਝ ਦਿਨਾਂ ਬਾਅਦ 8 ਅਪ੍ਰੈਲ ਨੂੰ ਉਸ ਨੂੰ ਫਾਂਸੀ ਤੇ ਚੜਾ ਦਿੱਤਾ ਗਿਆ। ਤੇ ਇੱਥੇ ਹੀ ਕਹਾਣੀ 2 ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਬ੍ਰਿਟਿਸ਼ ਰਿਕਾਰਡ ਕਹਿੰਦੇ ਨੇ ਕਿ ਉਹ ਇੱਕ ਇਕੱਲਾ ਬੰਦਾ ਸੀ ਜਿਸ ਨੇ ਭੰਗ ਤੇ ਅਫੀਮ ਦੇ ਨਸ਼ੇ ਵਿੱਚ ਹਮਲਾ ਕੀਤਾ। ਦੂਜੇ ਪਾਸੇ ਰਾਸ਼ਟਰਵਾਦੀ ਕਹਾਣੀ ਇਹ ਹੈ ਕਿ ਉਹ ਪਹਿਲਾ ਸ਼ਹੀਦ ਸੀ, ਇੱਕ ਨਾਇਕ ਜਿਸ ਨੇ ਤਸ਼ੱਦਦ ਸਹਿ ਲਿਆ ਪਰ ਆਪਣੇ ਸਾਥੀਆਂ ਦੇ ਨਾਮ ਨਹੀਂ ਦੱਸੇ। ਤੱਤ ਉਹੀ ਪਰ ਵਿਆਖਿਆ ਬਿਲਕੁਲ ਵੱਖਰੀ। ਪਰ ਕੀ ਮੰਗਲ ਪਾਂਡੇ ਸੱਚਮੁੱਚ ਇਕੱਲਾ ਸੀ? ਕੁਝ ਸਬੂਤ ਹੋਰ ਹੀ ਇਸ਼ਾਰਾ ਕਰਦੇ ਨੇ। ਉਸ ਦੀ ਘਟਨਾ ਤੋਂ ਪਹਿਲਾਂ ਹੀ ਕਈ ਫੌਜੀ ਛਾਉਣੀਆਂ ਵਿੱਚ ਰਾਤ ਨੂੰ ਗੁਪਤ ਮੀਟਿੰਗਾਂ ਹੋ ਰਹੀਆਂ ਸਨ ਤੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਸਨ। ਇਹ ਸਭ ਇੱਕ ਵੱਡੀ ਸੋਚੀ ਸਮਝੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਇਹ ਸਾਰੀਆਂ ਗੱਲਾਂ ਸਾਨੂੰ ਇੱਕ ਬਹੁਤ ਵੱਡੇ ਅਤੇ ਜ਼ਰੂਰੀ ਸਵਾਲ ਤੇ ਲੈ ਆਉਂਦੀਆਂ ਹਨ ਕਿ 1857 ਦੇ ਭਾਰਤ ਨੂੰ ਸੱਚਮੁੱਚ ਇੱਕ ਰਾਸ਼ਟਰ ਕਿਹਾ ਜਾ ਸਕਦਾ ਹੈ ਜੋ ਮਿਲ ਕੇ ਆਜ਼ਾਦੀ ਦੀ ਜੰਗ ਲੜ ਰਿਹਾ ਸੀ? ਦੇਖੋ, ਰਾਸ਼ਟਰਵਾਦ ਦੀ ਆਧੁਨਿਕ ਧਾਰਨਾ 19ਵੀਂ ਸਦੀ ਵਿੱਚ ਯੂਰਪ ਤੋਂ ਆਈ ਸੀ। ਇਸ ਦਾ ਮਤਲਬ ਸੀ ਕਿ ਇੱਕੋ ਜਿਹੀ ਭਾਸ਼ਾ, ਸੱਭਿਆਚਾਰ
ਤੇ ਨਸਲ ਦੇ ਲੋਕ ਆਪਣੇ ਆਪ ਨੂੰ ਇੱਕ ਦੇਸ਼ ਸਮਝਦੇ ਹਨ ਤੇ ਇੱਕ ਵੱਖਰਾ ਰਾਜ ਚਾਹੁੰਦੇ ਹਨ। ਤਾਂ ਸਵਾਲ ਇਹ ਹੈ ਕਿ ਕੀ ਇਹ ਯੂਰਪ ਵਾਲਾ ਮਾਡਲ 1857 ਦੇ ਭਾਰਤ ਤੇ ਫਿੱਟ ਬੈਠਦਾ ਹੈ? ਇੱਕ ਅਜਿਹਾ ਉਪ-ਮਹਾਦੀਪ ਜਿੱਥੇ ਸੈਂਕੜੇ ਭਾਸ਼ਾਵਾਂ, ਧਰਮ ਤੇ ਸੱਭਿਆਚਾਰ ਮੌਜੂਦ ਸਨ। ਕੀ ਉਹ ਸਾਰੇ ਆਪਣੇ ਆਪ ਨੂੰ ਇੱਕ ਰਾਸ਼ਟਰ ਦਾ ਹਿੱਸਾ ਸਮਝਦੇ ਸੀ? ਇਸ ਦਾ ਜਵਾਬ ਮਸ਼ਹੂਰ ਇਤਿਹਾਸਕਾਰ ਬਿਪਨ ਚੰਦਰਾ ਬਹੁਤ ਵਧੀਆ ਦਿੰਦੇ ਨੇ। ਉਹ ਕਹਿੰਦੇ ਨੇ ਕਿ ਭਾਰਤ ਉਸ ਸਮੇਂ ਇੱਕ ਬਣ ਰਿਹਾ ਰਾਸ਼ਟਰ ਸੀ, ਯਾਨੀ ਕਿ ਅ ਨੇਸ਼ਨ ਇਨ ਦਾ ਮੇਕਿੰਗ। ਰਾਸ਼ਟਰਵਾਦ ਦੀ ਭਾਵਨਾ ਪਹਿਲਾਂ ਤੋਂ ਮੌਜੂਦ ਨਹੀਂ ਸੀ, ਸਗੋਂ ਇਹ ਬ੍ਰਿਟਿਸ਼ ਰਾਜ ਦੇ ਖਿਲਾਫ ਲੜਦੇ ਹੀ ਪੈਦਾ ਹੋਈ। ਤਾਂ ਫਿਰ ਅਸਲ ਗੱਲ ਕੀ ਨਿਕਲੀ? 1857 ਦਾ ਵਿਦਰੋਹ ਸ਼ਾਇਦ ਇੱਕ ਆਧੁਨਿਕ ਰਾਸ਼ਟਰਵਾਦੀ ਅੰਦੋਲਨ ਨਹੀਂ ਸੀ, ਕਿਉਂਕਿ ਬਹੁਤ ਸਾਰੇ ਲੋਕ ਆਪਣਾ ਪੁਰਾਣਾ ਰਾਜ-ਭਾਗ ਵਾਪਸ ਚਾਹੁੰਦੇ ਸੀ, ਪਰ ਇੱਕ ਰਾਸ਼ਟਰ ਬਣਨ ਦੀ ਪ੍ਰਕਿਰਿਆ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਜ਼ਰੂਰ ਸੀ। ਇਸ ਨੇ ਪਹਿਲੀ ਵਾਰ ਵੱਖ-ਵੱਖ ਭਾਈਚਾਰਿਆਂ ਨੂੰ ਇੱਕ ਸਾਂਝੇ ਦੁਸ਼ਮਣ ਦੇ ਖਿਲਾਫ ਇਕੱਠਾ ਕੀਤਾ ਸੀ। ਚਲੋ ਹੁਣ ਆਖਰੀ ਹਿੱਸੇ ਵੱਲ ਵਧਦੇ ਹਾਂ ਅਤੇ ਦੇਖਦੇ ਹਾਂ ਕਿ 1857 ਦੀ ਵਿਰਾਸਤ ਅੱਜ ਸਾਡੇ ਲਈ ਕੀ ਮਾਇਨੇ ਰੱਖਦੀ ਹੈ। ਜਿਵੇਂ ਆਪਾਂ ਦੇਖ ਸਕਦੇ ਹਾਂ, 1857 ਦੀ ਕੋਈ ਇੱਕ ਕਹਾਣੀ ਨਹੀਂ ਹੈ, ਇਸ ਦੀਆਂ ਕਈ ਕਹਾਣੀਆਂ ਹਨ। ਬ੍ਰਿਟਿਸ਼ ਇਤਿਹਾਸਕਾਰ ਇਸ ਨੂੰ ਗਦਰ ਕਹਿੰਦੇ ਨੇ, ਭਾਰਤੀ ਰਾਸ਼ਟਰਵਾਦੀ ਆਜ਼ਾਦੀ ਦੀ ਜੰਗ ਕਹਿੰਦੇ ਨੇ, ਮਾਰਕਸਵਾਦੀ ਇਤਿਹਾਸਕਾਰ ਇਸ ਨੂੰ ਕਿਸਾਨ ਸਿਪਾਹੀ ਸੰਘਰਸ਼ ਦਾ ਨਾਂ ਦਿੰਦੇ ਨੇ। ਹਰ ਕੋਈ ਇਸ ਨੂੰ ਆਪਣੇ ਨਜ਼ਰੀਏ ਨਾਲ ਦੇਖਦਾ ਹੈ ਤੇ ਵੱਖਰੇ ਕਾਰਨ ਦੱਸਦਾ ਹੈ। ਆਖਿਰ ਵਿੱਚ ਸਵਾਲ ਸਿਰਫ ਇਹ ਨਹੀਂ ਹੈ ਕਿ 1857 ਵਿੱਚ ਅਸਲ ਵਿੱਚ ਕੀ ਹੋਇਆ ਸੀ। ਸ਼ਾਇਦ ਉਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਆਪਾਂ ਅੱਜ ਉਸ ਘਟਨਾ ਨੂੰ ਕਿਵੇਂ ਯਾਦ ਕਰਦੇ ਹਾਂ। ਜਿਸ ਤਰ੍ਹਾਂ ਆਪਾਂ ਇਸ ਕਹਾਣੀ ਨੂੰ ਸੁਣਾਉਂਦੇ ਹਾਂ, ਉਹ ਸਾਡੇ ਬਾਰੇ, ਸਾਡੀ ਅਜੋਕੀ ਪਛਾਣ